मासी है देखो मम्मी कहंदे ने जाना मैनू चढ़ाया ले जाना किथे है भैन हैं इदां नहीं मैं जान देना चल बैठ इत्थे आके मेरे कोल ना एडी छेती तू किथे जाना है देख भैणे किन्ना चिर हो गया हुण मैनू आया मैनू जान दे छेती मैं तो कहा सी भी रुक लो अज दा दिन पर मानदे ही नहीं जाणगे तां ही ना जे मैं जान देऊंगी तां किरण पुੱਤ आ चाह लेके आ अपनी मासी लई ना तू मैनू दस एडी छेती तू घरे जाके की करना देख भैणे करना भावें कुछ ना होवे पर बंदे नूं अपने घर दी खिच तां रहिंदी है ना ਬੰਦੇ ਨੂੰ ਤਾਂ ਕੀ ਭੈਣੇ ਘਰ ਦੀ ਖਿੱਚ ਤਾਂ ਪੰਛੀਆਂ ਨੂੰ ਵੀ ਹੁੰਦੀ ਹੈ ਉਹ ਵੀ ਭਾਵੇਂ ਜਿੰਨੀਆਂ ਮਰਜ਼ੀ ਲੰਮੀਆਂ ਉਡਾਰੀਆਂ ਮਾਰਿਆ ਹੋਣ ਪਰ ਸ਼ਾਮ ਨੂੰ ਆਪਣੇ ਆਲਿਆਂ 'ਚ ਪਹੁੰਚ ਕੇ ਹੀ ਸੁੱਖ ਦਾ ਸਾਹ ਲੈਂਦੇ ਆ ਭੈਣੇ ਕੀ ਪਤਾ ਹੈ ਸੁਪਨ ਦੇ ਡੈਡੀ ਦਾ ਵੀ ਇਵੇਂ ਜੀ ਕਰਦਾ ਹੋਵੇ ਭੈਣੇ ਕੁਛ ਦੇਰ ਭਾਵੇਂ ਨਾ ਕਰਦਾ ਹੋਵੇ ਪਰ ਅਖੀਰ ਨੂੰ ਸਭ ਦਾ ਹੀ ਕਰਦਾ ਹੈ ਫਿਰ ਉਹਦਾ ਕਿਉਂ ਨਹੀਂ ਕਰਦਾ ਹੋ ਹਾਂ ਉਹਦਾ ਘਰ ਪਰਿਵਾਰ ਹੈ ਇੱਥੇ ਉਹਦੀਆਂ ਜੜਾਂ ਇੱਥੇ ਉਹਦਾ ਪੁੱਤ ਹੈ ਇੱਥੇ मम्मी मम्मी मैं की क्या सी ठीक है सुपन पुੱਤ तू अपनी मासी दे आखे लगी ਓਹੋ ਭੈਣੇ ਤੈਨੂੰ ਕਿਹਾ ਸੀ ਨਾ ਵੀ ਤੂੰ ਇਹਦਾ ਫਿਕਰ ਨਾ ਕਰਿਆ ਕਰ ਨਾਲੇ ਇਹ ਤਾਂ ਸਿਆਣਾ ਹੀ ਬਹੁਤ ਹੈ ਹੁਣ ਤਾਂ ਪੜਦਾ ਵੀ ਬਹੁਤ ਹੈ ਜਿਉਂਦੀ ਰਹਿ ਭੈਣੇ ਸੱਚੀ ਇਹ ਤਾਂ ਤੇਰੇ ਆਸਰੇ ਹੀ ਪੜ ਗਿਆ ਨਹੀਂ ਮੇਰੇ ਤੋਂ ਕਿੱਥੋਂ ਇਹ ਪੜਾਇਆ ਜਾਣਾ ਸੀ ਜੇ ਮੁੜ ਕੇ ਗੱਲ ਕਹੀ ਨਾ ਤਾਂ ਲੜ ਪੂੰਗੀ ਮੈਂ ਤੇਰੇ ਨਾਲ ਨਾ ਮਾਵਾਂ ਤੇ ਮਾਸੀਆਂ 'ਚ ਫਰਕ ਹੁੰਦਾ ਕੋਈ ਫਿਰ ਇਹ ਤਾਂ ਪੁੱਤ ਹੀ ਮੇਰਾ ਹੈ ਜਿਵੇਂ ਮੈਂ ਆਪਣੀ ਮਾਸੀ ਦੀ ਧੀ ਹੈ ਨਾ ਮਾਸੀ किरण पुत हुण तू अपनी ट्रेनिंग ते जाना है देख अपना ख्याल रखी भावें तू पुलिस वाली है पर कुड़ियां तां कुड़ियां ही हुंदियां ने ना मासी भी ना बस ਚੱਲੇ ਨਾ ਹੋਵੇ ਤਾਂ ਸੁਪਨ ਪੁੱਤ ਤੂੰ ਵੀ ਬਾਹਰ ਜਾਣ ਲੱਗਿਆ ਆਪਣੀ ਮਾਸੀ ਨੂੰ ਦੱਸ ਕੇ ਜਾਇਆ ਕਰ ठीक है मम्मी ठीक है ਓਹੋ ਭੈਣੇ ਤੂੰ ਐਵੇਂ ਫਿਕਰ ਨਾ ਕਰਿਆ ਕਰ ਇਹਦਾ ਫਿਕਰ ਕਿਵੇਂ ਨਾ ਕਰਾਂ ਭੈਣੇ ਜ਼ਮਾਨਾ ਮਾੜਿਆ ਪਤਾ ਨਹੀਂ ਲੱਗਦਾ ਅੱਜ ਕੱਲ ਬੁੱਧੀ ਭ੍ਰਿਸ਼ਟ ਹੁੰਦੀ ਦਾ ਨਿਆਣਾ ਆਪ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਬੁਰੀ ਸੰਗਤ ਦਾ ਪਤਾ ਲੱਗਦਾ ਕੁਛ ਉਹ ਸਾਡੇ ਨਾਲ ਵਾਲੇ ਪਿੰਡ ਲੰਬੜਾਂ ਦਾ ਮੁੰਡਾ ਬਸ ਕੀ ਦੱਸਾਂ ਜਿੱਦਣ ਦਾ ਉਹ ਪੂਰਾ ਹੋਇਆ ਨਾ ਮੇਰਾ ਤਾਂ ਉਦੋਂ ਦਾ ਦਿਲ ਹੀ ਨਹੀਂ ਲੱਗਦਾ ਡੋਬੇ ਸੋਕੇ ਹੁੰਦਾ ਰਹਿੰਦਾ ਇਹ ਸੁਪਨ ਦੇ ਸਕੂਲ ਚ ਪੜਦਾ ਸੀ कौन मम्मी जीता ਉਹ ਤਾਂ 2 ਸਾਲ ਅੱਗੇ ਸੀ ਮੇਰੇ ਤੋਂ ਉਹਦੀ ਛੋਟੀ ਭੈਣ ਪੜ੍ਹਦੀ ਸੀ ਮੇਰੇ ਨਾਲ ਆਹੋ ਉਹੀ ਜੀਤਾ ਪੁੱਤ ਉਹੀ ਕੀ ਹੋਇਆ ਉਹਨੂੰ ਪਤਾ ਨਹੀਂ ਪੁੱਤ ਪਿਛਲੇ ਤੋਂ ਪਿਛਲੇ ਬੁੱਧਵਾਰ ਪੂਰਾ ਹੋ ਗਿਆ ਓਹੋ ਮਾੜਾ ਹੋਇਆ ਉਹ ਯਾਦ ਆ ਮਾਸੀ ਤੁਹਾਨੂੰ ਉਹ ਇੱਕ ਸੋਹਣਾ ਜਿਹਾ ਮੁੰਡਾ ਜਿਹੜਾ ਆਪਣੇ ਘਰੇ ਵੀ ਰਿਹਾ ਸੀ ਇੱਕ ਵਾਰ ਰਾਤ ਜਦੋਂ ਮੈਂ ਜਾਣਾ ਸੀ ਡਲਹੌਜ਼ੀ ਟੂਰ ਤੇ ਉਹ ਵਾਲਾ ਅੱਛਾ ਉਹ ਗੋਰਾ ਜਿਹਾ ਭੋਲਾ ਜਿਹਾ ਉਹ ਜਿਹੜਾ ਤੇਰੇ ਨਾਲ ਵੀ ਆਇਆ ਸੀ ਹਾਏ ਹਾਏ ਉਹਨੂੰ ਕੀ ਹੋ ਗਿਆ ਪਤਾ ਨਹੀਂ ਭੈਣੇ ਪਿੱਛੋਂ ਤਾਂ ਲੋਕ 50 ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਮੁੰਡਾ ਮਿੰਟਾਂ 'ਚ ਹੀ ਗੁੱਛਾ ਮੁੱਛਾ ਹੋ ਗਿਆ ਜੱਗੋਂ 13ਵੀਂ ਹੋਈ ਆ ਉਹਨਾਂ ਨਾਲ ਤਾਂ ਵਿਚਾਰਿਆਂ ਨਾਲ ਸਾਰੇ ਟੱਬਰ ਦਾ ਨਾ ਬਹੁਤ ਬੁਰਾ ਹਾਲ ਹੈ ਸੱਚੀ ਮਾਂ ਤਾਂ ਉਹਦੀ ਰੋਂਦੀ ਝੱਲੀ ਨਹੀਂ ਜਾਂਦੀ ਰੋਣਾ ਤਾਂ ਹੋਇਆ ਹੀ ਭੈਣ ਜਿਹਦਾ ਜਵਾਨ ਪੁੱਤ ਤੁਰ ਗਿਆ ਮੈਂ ਤਾਂ ਭੈਣੇ ਪਿੰਡ ਦੀਆਂ ਜਨਾਨੀਆਂ ਨਾਲ ਸੰਸਕਾਰ ਤੇ ਹੋਇਆ ਹੀ ਸੀ ਫਿਰ ਮੈਂ ਭੋਗ ਤੇ ਵੀ ਜਾਇਆ ਪਰ ਮੈਂ ਸੁਪਨ ਨੂੰ ਤਾਂ ਨਹੀਂ ਦੱਸਿਆ ਇਹਦੇ ਪੇਪਰ ਸੀ ਮੈਂ ਕਿਹਾ ਐਵੇਂ ਮਨ ਤੇ ਲਾਉ ਉਦਾਂ ਉਹਦੀ ਭੈਣ ਇਹਨੂੰ ਬਹੁਤ ਯਾਦ ਕਰਦੀ ਸੀ ਉਹਦੀ ਮਾਂ ਵੀ ਜਾਣਦੀ ਹੈ ਤੁਹਾਨੂੰ ਭੈਣੇ ਜੇ ਟਾਈਮ ਲੱਗਿਆ ਤਾਂ ਨਾ ਹੋ ਆਇਓ ਭੈਣੇ ਜ਼ਰੂਰ ਜਾ ਕੇ ਆਵਾਂਗੇ ਇੱਕ ਸੁੱਖ ਦੇ ਵੇਲੇ ਤਾਂ ਭਾਵੇਂ ਨਾ ਜਾਇਆ ਜਾਵੇ ਦੁੱਖ ਦੇ ਵੇਲੇ ਤਾਂ ਜ਼ਰੂਰ ਪਹੁੰਚਣਾ ਚਾਹੀਦਾ ਆਂਦੇ ਆ ਨਾ ਵੀ ਖੁਸ਼ੀ ਵੰਡਿਆਂ ਵੱਧਦੀ ਹੈ ਤੇ ਦੁੱਖ ਵੰਡਿਆਂ ਘਟਦਾ ਹੈ ਸੱਚੀ ਦੇਖ ਭੈਣੇ ਆਪਾਂ ਮੋੜ ਥੋੜੀ ਲਿਆਉਣਾ ਕਿਸੇ ਦਾ ਹੈ ਸੁਪਨ ਪੁੱਤ ਤੂੰ ਆਪਣੀ ਮਾਸੀ ਨਾਲ ਹੀ ਜਾਏ ਚੱਲ ਹੁਣ ਮੈਨੂੰ ਚੜਾਇਆ ਮੈਂ ਫੇਰ ਆਉਂਗੀ ਭੈਣੇ ਫੇਰ ਆਉਂਗੀ ਰਹਿ ਲੈਂਦੀ ਨਹੀਂ ਫੇਰ ਆਉਂਗੀ ਸੱਚ ਚੱਲ ਸੁਪਨ ਪੁੱਤ ਚੱਲ ਪੁੱਤ ਛੱਡਿਆ ਫਿਰ ਜਿੱਦ ਕਰਦੀ ਹੈ
ਸੁਪਨ ਵੀਰੇ ਜੀਤਾ ਵੀਰਾ ਆਪਾਂ ਸਾਰਿਆਂ ਨੂੰ ਛੱਡ ਕੇ ਚਲਾ ਗਿਆ। ਚੁੱਪ ਕਰ ਚੁੱਪ ਚੁੱਪ ਵੀਰੇ ਮੇਰੇ ਨੇ ਹੁਣ ਕਦੇ ਨਹੀਂ ਆਉਣਾ। ਚੁੱਪ ਮੇਰੀ ਧੀ, ਬਸ ਚੁੱਪ ਚੁੱਪ। ਸੁਪਨ ਤੂੰ ਤਾਂ ਪੁੱਤ ਭੈਣ ਨੂੰ ਚੁੱਪ ਕਰਾਉਣਾ ਤੇ ਤੂੰ ਆਪ ਵੀ। ਬਚ ਮੇਰੀ ਧੀ। ਬੀਬੀ ਕਿੱਥੇ ਆ ਤੇਰੀ? ਅੰਦਰ ਬੈਠੀ ਆ, ਆ ਜਾਓ। माँ तो मेरे काके सुपन भी आया। ਵੇਖ ਕਿੰਨਾ ਬੋਲੀਏ, ਅਖੀਰ ਨੂੰ ਤਾਂ ਮਨ ਸਮਝਾਉਣਾ ਪੈਂਦਾ। ਕੁਛ ਨਹੀਂ ਬੰਦ ਹੋਇਆ। ਕਿਵੇਂ ਸਮਝਾਵਾਂ ਭੈਣੇ ਮਨ ਨੂੰ? ਕੋਠੇ ਜਿੱਡਾ ਪੁੱਤ ਤੁਰ ਗਿਆ ਮੇਰਾ, ਕਾਲਜੇ ਦਾ ਟੁਕੜਾ ਸੀ ਉਹ। ਸਾਡੀ ਤੇ ਦੁਨੀਆ ਹੀ ਉਜੜ ਗਈ। ਰੱਬ ਤੋਂ ਹਜ਼ਾਰਾਂ ਮਿੰਨਤਾਂ ਕਰ ਕਰਕੇ ਲਿਆ ਸੀ, ਖੋਲਿਆ ਚੰਦਰੇ ਰੱਬ ਨੇ। ਓਏ ਹੁਣ ਉਹਨੇ ਕਦੇ ਨਹੀਂ ਆਉਣਾ। ਜੇ ਉੱਥੇ ਗਏ ਮੁੜਦੇ ਹੁਣ ਤਾਂ ਫਿਰ ਰੋਣਾ ਹੀ ਕਾਹਦਾ ਪੈਣਾ। ਵੀਰੇ ਮੇਰੇ ਹੁਣ ਕਦੇ ਨਹੀਂ ਆਉਣਾ। ਮਾਂ ਮੈਂ ਕਿਹਦੇ ਰੱਖੜੀ ਬਣੂੰਗੀ? ਮੈਂ ਕਿਹਨੂੰ ਵੀ ਰੱਖੂੰਗੀ? ਚੁੱਪ ਮੇਰੀ ਭੈਣ ਚੁੱਪ ਚੁੱਪ ਚੁੱਪ। ਜਿੰਨੇ ਰਾਈ ਤੂੰ ਗਿਆ ਉਹਨੇ ਰਾਈ ਕੋਈ ਦੁਸ਼ਮਣ ਵੀ ਨਾ ਜਾਵੇ ਵੇ ਮੇਰੇ ਸਰਵਣਾ ਪੁੱਤਾ। ਭੈਣੇ ਨਹੀਂ ਨਹੀਂ ਭੈਣੇ ਨਹੀਂ ਨਹੀਂ ਮੇਰੀ ਭੈਣ ਨਾ ਮੇਰੀ ਭੈਣ। ਹੌਸਲਾ ਕਰ ਮੇਰੀ ਭੈਣ। ਮਾਂ ਪਿਓ ਦੀ ਅਰਥੀ ਪੁੱਤ ਦੇ ਮੋਢਿਆਂ ਤੇ ਜਾਵੇ ਵੇ ਮਾਂ ਮੰਗਦੀ ਏ ਦੁਆਵਾਂ। ਤੈਨੂੰ ਮੋਢਾ ਦਿੰਦੇ ਹੋਣੀ ਅੱਗੇ ਕੋਈ ਵਸ ਨਹੀਂ ਚੱਲਿਆ ਮੇਰਾ ਵੇ ਮੇਰੇ ਰਾਜਿਆ ਪੁੱਤਾ। ਲੈ ਭੈਣ ਪਾਣੀ ਪੀ ਮੇਰੀ ਭੈਣ। ਵੇਖ ਕੀ ਹਾਲ ਬਣਾਇਆ। ਲੈ ਮੇਰੀ ਭੈਣ ਪਾਣੀ ਬੀਬੀ ਚੁੱਪ ਕਰ, ਨਹੀਂ ਤਾਂ ਫੇਰ ਦੰਦਲ ਪੈ ਜਾਊ। ਡਾਕਟਰ ਨੇ ਵੀ ਆਖਿਆ ਸੀ ਕਿ ਬੀਬੀ ਨੂੰ ਰੋਣ ਨਾ ਦਿਓ, ਪਰ ਇੰਨੇ ਦਿਨ ਬੀਤ ਗਏ। ਜਦੋਂ ਵੀ ਕੋਈ ਆਉਂਦਾ ਬੀਬੀ ਇਵੇਂ ਗੱਲ ਲੱਗ ਪੈਂਦੇ ਆ। ਮੈਨੂੰ ਕਹਿੰਦੇ ਨੇ ਭੋਗ ਪੈ ਗਿਆ। ਰੋਣਾ ਰਹਿਣ ਨਾ ਪਾ। ਮੈਂ ਕਿਸ ਤਰ੍ਹਾਂ ਭੋਗ ਪਾ ਦਿਆਂ ਪੁੱਤ ਦਾ? ਮੇਰਾ ਤੇ ਕਲੇਜਾ ਫੁੱਟਦਾ ਏ।
ਬੀਬੀ ਚੁੱਪ, ਉਹ ਨਹੀਂ ਰੋਣਾ। ਬਸ ਬਸ ਮੇਰੀ ਭੈਣ, ਬਸ ਬਸ ਚੁੱਪ ਕਰ ਮੇਰੀ ਭੈਣ, ਚੁੱਪ ਕਰ। ਆ ਵੇਖ ਬੱਚੇ ਵੀ ਚੁੱਪ ਕਰਾਉਂਦੇ ਨੇ ਤੈਨੂੰ। ਕਿਵੇਂ ਚੁੱਪ ਕਰਾਂ ਭੈਣੇ, ਮੇਰੇ ਕਾਲਜੇ ਨੂੰ ਹੌਲ ਪੈਂਦੇ ਨੇ, ਅੰਦਰੋਂ ਇਕੱਠੀਆਂ ਹੋਈਆਂ ਪਈਆਂ ਨੇ ਮੇਰੀਆਂ। ਇਹ ਚੰਦਰਾ ਦਿਨ ਸੀ ਉਦੋਂ ਲੈ ਗਿਆ ਖੋ ਕੇ ਮੇਰੇ ਪੁੱਤ ਨੂੰ। ਹਾਏ ਅਸੀਂ ਕੀ ਕਰਾਂਗੇ। ਮੈਨੂੰ ਪਤਾ ਹੈ ਭੈਣੇ ਵੀ ਤੁਰ ਗਿਆ ਦਾ ਦੁੱਖ ਝੱਲਣਾ ਬਹੁਤ ਔਖਾ ਹੁੰਦਾ ਹੈ, ਪਰ ਕੋਈ ਚਾਰਾ ਵੀ ਤਾਂ ਨਹੀਂ। ਓਕੇ ਜੀ, ਸਭ ਰੱਬ ਦੀ ਮਰਜ਼ੀ ਆ, ਉਹ ਤਾਂ ਪਾਣਾ ਤਾਂ ਮੰਨਣਾ ਹੀ ਪੈਂਦਾ। ਪਾਣਾ ਮੰਨਣਾ ਹੀ ਤੇ ਔਖਾ ਹੈ। ਪਤਾ ਨਹੀਂ ਕਿੰਨਾ ਔਖਾ ਹੋਇਆ ਹੋਊਗਾ ਮੇਰਾ ਪੁੱਤ। ਕਾਲਾ ਹੋਇਆ ਪਿਆ ਸੀ ਸੁਆ ਵਰਗਾ, ਕਿਤੇ ਲਾਲ ਰੱਤਾ ਰੰਗ ਸੀ ਉਹਦਾ, ਐਡਾ ਚਿਹਰਾ। ਪਤਾ ਨਹੀਂ ਭਲਾ ਛਿੜਾਂ ਚ ਕਿੱਥੋਂ ਇਹ ਨਾ ਮੁਰਾਦ ਬਿਮਾਰੀ ਆਈ, ਕੁਛਾ ਮੁੱਛਾ ਕਰਤਾ ਮੇਰਾ ਪੁੱਤ। ਬਸ ਬਹੁਤ ਅੱਗੇ ਜ਼ੋਰ ਹੀ ਨਹੀਂ ਚੱਲਦਾ ਕੋਈ, ਝੱਟ ਬਹਾਨਾ ਬਣਾ ਲੈਂਦੀ ਹੈ ਜਾਣ ਦਾ। ਬਾਪੂ ਜੀ, ਮਾਂ ਦਲੇਰ ਕੌਰ ਤੇ ਸੁਪਨ ਵੀਰਾ ਆਏ। ਵੀਰਾ ਕਿੰਨੇ ਕੁ ਦਿਨਾਂ ਦਾ ਬਿਮਾਰ ਸੀ ਬਾਪੂ ਜੀ? ਬਿਮਾਰ ਤੇ ਹੋਇਆ ਹੀ ਨਹੀਂ ਸੀ ਪੁੱਤ। ਜੇ ਬਿਮਾਰ ਹੁੰਦਾ ਤੇ ਮੈਂ ਸਾਰਾ ਸ਼ਹਿਰ ਵੰਗਾਰ ਲੈਂਦਾ ਡਾਕਟਰਾਂ ਦਾ। ਉਹਦਾ ਤੇ ਪਤਾ ਹੀ ਨਹੀਂ ਲੱਗਿਆ ਪਹਿਲਾਂ। ਵੀਰੇ, ਉਹਨੂੰ ਤਾਂ ਕਦੇ ਬੁਖਾਰ ਵੀ ਨਹੀਂ ਸੀ ਚੜਿਆ, ਤੈਨੂੰ ਤਾਂ ਪਤਾ ਹੀ ਹੈ। ਭੈਣੇ ਜਦੋਂ ਦਾ ਉਹਨੇ ਕਾਲਜ ਛੱਡਿਆ ਨਾ, ਮੈਨੂੰ ਤਾਂ ਮਿਲਿਆ ਹੀ ਨਹੀਂ ਉਹ। ਇੱਕ ਦਿਨ ਮਿਲਿਆ ਸੀ ਬਾਜ਼ਾਰ 'ਚ, ਮੈਂ ਆਵਾਜ਼ ਵੀ ਮਾਰੀ, ਸ਼ਾਇਦ ਸੁਣੀ ਨਹੀਂ ਉਹਨੂੰ। ਹੁਣ ਉਹਨੂੰ ਸਾਡੇ ਤੁਹਾਡੇ ਚੋਂ ਕਿਸੇ ਦੀ ਆਵਾਜ਼ ਨਹੀਂ ਸੀ ਸੁਣਦੀ ਪੁੱਤ। ਜਿੰਨਾ ਸੰਗ ਰਲਿਆ ਸੀ ਬਸ ਉਹਨਾਂ ਦੀਆਂ ਆਵਾਜ਼ਾਂ ਹੀ ਸੁਣਦੀਆਂ ਸੀ। ਇਹਨਾਂ ਦੀਆਂ ਆਵਾਜ਼ਾਂ ਸੁਣਦੀਆਂ ਸੀ ਉਹਨੂੰ ਵੀਰ ਜੀ। ਹੁਣ ਤੁਹਾਡੇ ਕੋਲ ਕਾਹਦਾ ਲਕੋ ਭੈਣ ਜੀ, ਹੁਣ ਤੇ ਗੱਲ ਜੱਗ ਜਾ ਰਹੇ ਸਾਰੇ। ਜਿੱਦਣ ਦਾ ਸਾਡੇ ਪਿੰਡ 'ਚ ਨਸ਼ਾ ਵੜਿਆ ਨਾ, ਆਹ ਤੀਸਰਾ ਕਹਿਰ ਵਾਪਰਿਆ ਜੇ। ਨਸ਼ਾ? ਮੈਂ ਤੇ ਬਥੇਰਾ ਰੋਕਿਆ ਸੀ, ਸਿਆਣਾ ਵੀ ਬਥੇਰਾ ਸੀ, ਗੱਲ ਨੂੰ ਸਮਝਦਾ ਵੀ ਸੀ, ਪਰ ਆਹ ਪਤਾ ਨਹੀਂ ਪੁੱਠੀ ਭਵਾਲੀ ਕਿਵੇਂ ਵਗ ਗਈ। ਮੇਰੀ ਵੀ ਮੱਤ ਮਾਰੀ ਗਈ, ਐਵੇਂ ਲੋਕਾਂ ਮਗਰ ਲੱਗ ਕੇ ਦੂਰ ਦਰਾਡੇ ਪੜਨ ਘੱਲ ਛੱਡਿਆ। ਪੱਟ ਦਿੱਤਾ ਮੇਰਾ ਪੁੱਤਰ ਨਾ ਮੁਰਾਦਾਂ ਨੇ। ਪਤਾ ਨਹੀਂ ਕੀ ਵਿਗਾੜਿਆ ਸੀ ਅਸੀਂ ਚੰਦਰਿਆਂ ਦਾ। ਮੇਰੇ ਪੁੱਤ ਨੂੰ ਤੇ ਭੈਣ ਜੀ ਕਿਤੇ ਚਾਹ ਤੱਕ ਦਾ ਵੀ ਅਮਲ ਨਹੀਂ ਸੀ। ਪਤਾ ਹੈ ਮੈਨੂੰ, ਸੁਪਨ ਦੇ ਨਾਲ ਆਇਆ ਸੀ ਕਈ ਵਾਰੀ, ਪਰ ਇਹੋ ਜੀ ਤਾਂ ਕੋਈ ਗੱਲ ਲੱਗਦੀ ਨਹੀਂ ਸੀ ਉਹਦੇ 'ਚ। ਨਹੀਂ ਸੀ ਲੱਗਦੀ ਭੈਣ ਜੀ, ਇਦਾਂ ਦੀ ਗੱਲ ਤੇ ਉੱਕਾ ਨਹੀਂ ਸੀ ਲੱਗਦੀ। ਅਸਾਂ ਤੇ ਬੜੇ ਵੱਡੇ ਵੱਡੇ ਸੁਪਨੇ ਵੇਖੇ ਸਨ। ਆਂਦੇ ਸਾਂ ਆਪਣੇ ਪੁੱਤਰ ਨੂੰ ਡਾਕਟਰ ਬਣਾਵਾਂਗੇ, ਆਹ ਬਣਾਵਾਂਗੇ, ਉਹ ਬਣਾਵਾਂਗੇ। ਮੈਂ ਕਿਹਾ ਜੀਤੇ ਤੇ ਬਾਪੂ ਆ ਜਾਓ, ਹੁਣ ਛੱਡ ਦਿਓ ਕੰਮ ਨੂੰ। ਰੋਜ਼ ਨਿਆਣਿਆਂ ਨੂੰ ਲੇਟ ਕਰ ਦਿੰਦੇ ਜੇ। ਅੱਜ ਸਕੂਲ ਵਾਲੀ ਬੱਸ ਫੇਰ ਲੰਘ ਗਈ, ਹੁਣ ਸਕੂਲ ਦੇ ਅੰਦਰ ਛੱਡ ਕੇ ਆਇਓ ਨਿਆਣਿਆਂ ਨੂੰ। ਅੱਛਾ, ਨਾਲੇ ਇਹਨਾਂ ਦੀ ਮਾਸਟਰਨੀ ਨੂੰ ਕਿਹਾ ਮੇਰੇ ਪੁੱਤ ਦਾ ਧਿਆਨ ਰੱਖੇ। ਚਲੋ ਸ਼ਾਬਾਸ਼। ਆ ਜਾ ਬਈ, ਆ ਮੇਰੇ ਸ਼ੇਰ। ਉਹ ਕਿੱਥੇ ਤੇਰਾ? ਉਹ ਲਿਆ।
ਮੈਂ ਮੇਰੇ ਪੁੱਤ ਦਾ ਬਸਤਾ ਚੁੱਕੂ ਮੇਰਾ ਪੁੱਤ ਜੱਜ ਬਣੇਗਾ। ਲੱਗੀ ਜੇ ਤੇਰੇ ਕਾਲਜੇ ਅਜੇ ਛੁਰੀ ਨਹੀਂ ਤਾਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਇਸ ਤੋਂ ਪਹਿਲਾਂ ਕਿ ਨਸ਼ਾ ਰੂਪੀ ਛੁਰੀ ਸਾਡੇ ਸੀਨੇ ਵਿੱਚ ਖੁੱਭੇ, ਆਓ ਇਸ ਬੁਰੀ ਲਾਮਤ ਨੂੰ ਖਤਮ ਕਰੀਏ। ਤੁਸੀਂ ਇੱਕ ਕੋਸ਼ਿਸ਼ ਕੀਤੀ ਤੇ ਸਾਡੀ ਆਵਾਜ਼ ਸੰਗ ਆਪਣੀ ਆਵਾਜ਼ ਮਿਲਾਈ। ਵਾਹਿਗੁਰੂ ਆਪਾਂ ਨੂੰ ਸਫਲਤਾ ਦੇਵੇ, ਇਹੋ ਸਾਡੀ ਦੁਆ ਹੈ। ਨਸ਼ਾ ਪਤਾ ਨਹੀਂ ਕੀ ਵਿਗਾੜਿਆ ਸੀ ਅਸੀਂ ਚੰਦਰਿਆ ਦਾ। ਮੇਰੇ ਪੁੱਤ ਨੂੰ ਤੇ ਭੈਣ ਜੀ ਕਿਤੇ ਚਾਹ ਤੱਕ ਦਾ ਵੀ ਅਮਲ ਨਹੀਂ ਸੀ। ਪਤਾ ਹੈ ਮੈਨੂੰ, ਸੁਪਨ ਦੇ ਨਾਲ ਆਇਆ ਸੀ ਕਈ ਵਾਰੀ, ਪਰ ਇਹੋ ਜੀ ਤਾਂ ਕੋਈ ਗੱਲ ਲੱਗਦੀ ਨਹੀਂ ਸੀ ਉਹਦੇ 'ਚ। ਨਹੀਂ ਸੀ ਲੱਗਦੀ ਭੈਣ ਜੀ, ਇਦਾਂ ਦੀ ਗੱਲ ਤੇ ਉੱਕਾ ਨਹੀਂ ਸੀ ਲੱਗਦੀ। ਅਸਾਂ ਤੇ ਬੜੇ ਵੱਡੇ ਵੱਡੇ ਸੁਪਨੇ ਵੇਖੇ ਸਨ। ਆਂਦੇ ਸਾਂ ਆਪਣੇ ਪੁੱਤਰ ਨੂੰ ਡਾਕਟਰ ਬਣਾਵਾਂਗੇ, ਆ ਬਣਾਵਾਂਗੇ, ਉਹ ਬਣਾਵਾਂਗੇ। ਮੈਂ ਕਿਹਾ ਜੀਤੇ ਦੇ ਬਾਪੂ ਆ ਜਾਓ ਹੁਣ, ਛੱਡ ਦਿਓ ਕੰਮ ਨੂੰ। ਰੋਜ਼ ਨਿਆਣਿਆਂ ਨੂੰ ਲੇਟ ਕਰ ਦਿੰਦੇ ਜੇ। ਅੱਜ ਸਕੂਲ ਵਾਲੀ ਬੱਸ ਫੇਰ ਲੰਘ ਗਈ ਹੈ। ਹੁਣ ਸਕੂਲ ਦੇ ਅੰਦਰ ਛੱਡ ਕੇ ਆਇਓ ਨਿਆਣਿਆਂ ਨੂੰ। ਅੱਛਾ ਨਾਲੇ ਇਹਨਾਂ ਦੀ ਮਾਸਟਰਨੀ ਨੂੰ ਕਿਹਾ ਮੇਰੇ ਪੁੱਤ ਦਾ ਧਿਆਨ ਰੱਖੇ। ਚਲੋ ਸ਼ਾਬਾਸ਼। ਆ ਜਾ ਬਈ, ਆ ਮੇਰੇ ਸ਼ੇਰ। ਉਹ ਕਿੱਥੇ ਤੇਰਾ ਉਹ ਲਿਆ। ਮੈਂ ਮੇਰੇ ਪੁੱਤ ਦਾ ਬਸਤਾ ਚੁੱਕੂ ਮੇਰਾ ਪੁੱਤ ਜੱਜ ਬਣੇਗਾ, ਡਿਪਟੀ ਬਣੇਗਾ, ਡਿਪਟੀ ਬਣੇਗਾ। ਚਲੋ ਚੱਲੀਏ। ਉਹਦੀ ਖਾਤਰ ਤਾਂ ਅਸਾਂ ਦੋਵਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ। ਅੰਗਰੇਜ਼ੀ ਸਕੂਲ 'ਚ ਪੜ੍ਹਨੇ ਲਾਇਆ ਸੀ, ਹਾਂ ਸੁਪਨ ਵਾਲੇ 'ਚ। ਮੇਰਾ ਪੁੱਤ ਹੱਸਦਾ ਹੀ ਸਕੂਲ ਜਾਂਦਾ, ਕਦੇ ਉਹਨੇ ਅੱਖ 'ਚੋਂ ਹੰਝੂ ਤੱਕ ਨਹੀਂ ਸੀ ਖੇਰਿਆ। ਅਸੀਂ ਦੋਵੇਂ ਜੀ ਸਾਰਾ ਦਿਨ ਪੂਰੀ ਵਾਂਗ ਉਹਦੇ ਦੁਆਲੇ ਘੁੰਮਦੇ ਹੀ ਰਹਿੰਦੇ। ਜੀਤੇ ਪੁੱਤ ਉੱਠੋ, ਦੁੱਧ ਪੀ ਲਓ। ਉੱਠੋ ਦੁੱਧ ਪੀ ਲਓ ਪੁੱਤ। ਸੌਂ ਗਿਆ ਜੀਤੇ? ਦੁੱਧ ਪੀ ਲਓ ਬੇਟੇ। ਉੱਠ ਮੇਰਾ ਪੁੱਤ, ਸ਼ਾਬਾਸ਼। ਉੱਠੋ ਜੀ, ਉੱਠੋ ਜੀ, ਉੱਠੋ ਜੀ, ਉੱਠੋ ਜੀ, ਉੱਠੋ ਜੀ, ਉੱਠੋ ਜੀ। ਇਹ ਤੇ ਕਿੱਡੇ ਸਾਰੇ ਵੱਡੇ ਹੋ ਜਾਣਾ। ਹਾਂ ਪੀ ਗਿਆ ਮੇਰਾ ਪੁੱਤ, ਦੁੱਧ ਪੀ ਗਿਆ। ਇਹ ਐਡਾ ਵੱਡਾ ਹੋ ਗਿਆ, ਐਡਾ ਵੱਡਾ ਹੋ ਗਿਆ। ਉਹ ਬੋਲੇ 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 ਬੋਲੇ, ਉਹ ਕਿੱਡਾ ਵੱਡਾ ਹੋ ਗਿਆ। ਉਹ ਕਿੱਡਾ ਵੱਡਾ ਹੋ ਗਿਆ ਮੇਰਾ ਪੁੱਤਰ, ਮੇਰੇ ਤੋਂ ਵੀ ਵੱਡਾ। ਤੇਰੇ ਨਾਲੋਂ ਵੀ ਵੱਡਾ ਹੋ ਗਿਆ।
ਪੁੱਤ ਨੂੰ ਨਾਮ ਮਿਲਿਆ। ਉਹ ਮੈਂ ਕਿਹਾ ਜੀਤੇ ਦੇ ਬਾਪੂ ਇੱਧਰ ਆ ਕੇ ਵੇਖੋ ਮੇਰੇ ਪੁੱਤ ਨੂੰ ਨਾਮ ਮਿਲਿਆ। ਓਏ ਓਏ ਤੂੰ ਪਹਿਲੇ ਨੰਬਰ ਤੇ ਆਇਆ ਹੈ। ਉਹ ਤੂੰ ਪਹਿਲੇ ਨੰਬਰ ਤੇ ਆਇਆ। ਉਹ ਤੂੰ ਤੇ ਕਮਾਲ ਕਰ ਦਿੱਤੀ ਹੈ। ਓਏ ਵੇਖ ਚਿੰਤੋ, ਉਹ ਮੇਰੀ ਕਿੱਡੀ ਸੋਹਣੀ ਔਲਾਦ, ਆ ਕਿੱਡੀ ਲੈਕ। ਓ ਵਾਹ ਮੇਰਾ ਬੱਚਾ, ਤੂੰ ਤੇ ਜੰਟੇ ਨੂੰ ਸਰਦਾਰ ਗੁਰਜੰਟ ਸਿੰਘ ਬਣਾ ਦਿੱਤਾ। ਓ ਬੱਲੇ ਬੱਲੇ ਬੱਲੇ। ਓ ਬਈ ਹੁਣ ਨਹੀਂ ਮੈਂ ਕਿਸੇ ਦੇ ਲੈਣ ਦਾ। ਐਡੀ ਲੈਕ ਔਲਾਦ, ਮੇਰਾ ਜੀਤਾ ਪੁੱਤਰ ਵੱਡਾ ਹੋ ਕੇ ਐਡਾ ਅਫਸਰ ਬਣੇਗਾ, ਐਡਾ। ਬਣੂਗਾ ਨਾ ਮੇਰਾ ਪੁੱਤ ਅਫਸਰ। ਹੁਣ ਤੂੰ ਚਿੰਤੋ ਨਹੀਂ, ਉਹ ਤੂੰ ਤੇ ਪ੍ਰਸਿੰਧ ਹੋ ਗਈ। ਚੁੱਪ ਮੇਰੀ ਭੈਣ, ਬਸ ਭੋਲਾ ਸੀ ਭੈਣ ਜੀ, ਮੇਰਾ ਪੁੱਤ ਬਹੁਤ ਭੋਲਾ ਸੀ। ਭੋਲ ਪੁਣੇ ਚ ਹੀ ਠੱਗਿਆ ਗਿਆ। ਪਤਾ ਨਹੀਂ ਕਿਸੇ ਨੇ ਅਸੀਂ ਪੁੱਠੀ ਪੁਆਟ ਲਈ ਦਿੱਤੀ ਹੈ। ਉਹਦਾ ਆਪਣਾ ਆਪ ਵੀ ਉਹਦੇ ਵੱਸ ਚ ਨਹੀਂ ਰਿਹਾ। ਆਖਰੀ ਵੇਲੇ ਤਾਂ ਹੁਣੀ ਆਪ ਮੰਡਲਾਉਂਦੀ ਸੀ ਉਹਦੇ ਸਿਰ ਤੇ। ਉਹਨੂੰ ਕਿਤੇ ਚੈਨ ਨਹੀਂ ਸੀ, ਕਿਤੇ ਚੈਨ ਨਹੀਂ ਸੀ। ਸਕੂਲ ਤੱਕ ਤੇ ਬਥੇਰਾ ਸਿਆਣਾ ਸੀ ਭੈਣ ਜੀ। ਇਹਨਾਂ ਮੁੰਡਿਆਂ ਦੇ ਸੰਗ ਰਹਿੰਦਾ ਤੇ ਆਹ ਪਾਣਾ ਨਹੀਂ ਸੀ ਵਾਪਰਨਾ। ਘੱਲਿਆ ਤੇ ਆਪਣੇ ਵੱਲੋਂ ਚੰਗਾ ਬਣਨ ਨੂੰ ਸੀ, ਪਰ ਮਾੜੀ ਸੰਗਤ ਨੂੰ ਲੈ ਕੇ ਬਹਿ ਗਈ। ਹੁਣ ਤੇ ਨਾ ਸਾਡੀ ਗੱਲ ਸੁਣਦਾ ਸੀ, ਨਾ ਕੁਝ ਦੱਸਦਾ ਹੀ ਸੀ। ਕਿੱਥੇ ਚੱਲਿਆ, ਕਿਉਂ ਚੱਲਿਆ, ਕੋਈ ਪਤਾ ਨਹੀਂ। ਬਸ ਉਹਨਾਂ ਦਾ ਮੋਬਾਈਲ ਆਉਣਾ, ਚੁੱਕ ਕੇ ਮੋਟਰਸਾਈਕਲ ਤੁਰ ਪੈਣਾ। ਗਈ ਰਾਤ ਘਰ ਆਉਣਾ। ਜੇ ਪੁੱਛਣਾ ਪਈ ਕਾਕਾ ਕਿੱਥੋਂ ਆਇਆ, ਕਿਉਂ ਲੇਟ ਆਇਆ, ਬਸ ਕੋਈ ਜਵਾਬ ਨਹੀਂ। ਆਖੇ ਦੋਸਤਾਂ ਕੋਲ ਗਿਆ ਸਾਂ। ਕਿਹੜੇ ਕਿਹੜੇ ਦੋਸਤ ਸੀ ਉਹਦੇ ਬਾਪੂ ਜੀ? ਉਹ ਨਹੀਂ ਜਾਣਦਾ ਵੀਰ, ਆਪਣੇ ਨਾਲ ਨਹੀਂ ਸੀ ਪੜਦੇ, ਉੱਥੇ ਹੀ ਬਣੇ ਸੀ। ਭਾਬੀ ਚਾਹ ਬਣਾ ਲੈ। ਉਂਝ ਘਰੇ ਆਏ ਸੀ ਕਈ ਵਾਰੀ, ਮੈਂ ਰੋਕਿਆ ਵੀ ਸੀ। ਇੱਕ ਦਿਨ ਤਾਂ आजा 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 हुण। ਬੇਬੇ ਪਾਣੀ ਦੇ ਜਗ ਦੀ ਕੌਣ ਆਇਆ ਤੇਰੇ ਨਾਲ? ਦੋਸਤ ਨੇ ਮੇਰੇ। ਦੇਖ ਪੁੱਤ, ਮੈਨੂੰ ਇਹਨਾਂ ਦੀਆਂ ਆਦਤਾਂ ਚੰਗੀਆਂ ਨਹੀਂ ਲੱਗਦੀਆਂ। ਮੁੜ ਕੇ ਨਾ ਲਿਆਈ ਇਹਨਾਂ ਨੂੰ ਇੱਥੇ। ਤੁਹਾਨੂੰ ਤਾਂ ਮੇਰੀਆਂ ਆਦਤਾਂ ਵੀ ਚੰਗੀਆਂ ਨਹੀਂ ਲੱਗਦੀਆਂ। ਮੈਂ ਵੀ ਨਿਕਲ ਜਾਣਾ ਫਿਰ। ਆ ਲੈ ਫੜ। ਤੁਸੀਂ ਚੁੱਪ ਰਿਹਾ ਕਰੋ ਹਾਂ। ਕੀ ਚੁੱਪ ਰਿਹਾ ਕਰਾਂ? ਤੂੰ ਹੀ ਸਿਰ ਚੜਾਇਆ ਇਹਨੂੰ। ਪਹਿਲਾਂ ਬਾਹਰ ਮਿਲਦਾ ਸੀ ਇਹਨਾਂ ਨੂੰ, ਹੁਣ ਇਹਨਾਂ ਨੂੰ ਘਰ ਲਿਆਉਣ ਲੱਗ ਪਿਆ। ਅੱਜ ਜ਼ਬਾਨ ਖੋਲੀ ਇਹਨਾਂ ਪਿੱਛੇ, ਕੱਲ ਨੂੰ ਛਿੱਤਰ ਮਾਰੇਗਾ ਸਾਡੇ। ਉਹ ਰੱਬਾ, ਮੈਂ ਚੁੱਪ ਰਹਿਣ ਲਈ ਇਸ ਕਰਕੇ ਕਿਹਾ ਸੀਗਾ ਵੀ ਉੱਤੇ ਦੋਸਤ ਸੁਣਦੇ ਹੋਣਗੇ ਉਹਦੇ। ਉਹਨਾਂ ਦੇ ਸਾਹਮਣੇ ਗੁੱਸੇ 'ਚ ਆਇਆ ਕੁਝ ਪੁੱਠਾ ਸਿੱਧਾ ਬੋਲਤਾ ਤੇ ਤੁਸੀਂ ਫੇਰ ਗੁੱਸਾ ਕਰਨਾ ਹੈ। ਓਏ ਜੇ ਔਲਾਦ ਪੁੱਠੇ ਕੰਮ ਕਰੇਗੀ ਤੇ ਮਾਂ ਪਿਓ ਨੇ ਰੋਕਣਾ ਹੀ ਹੁੰਦਾ। ਚੱਲ ਚੁੱਪ ਕਰੋ ਹੁਣ।
चुप करो। ਕੀ ਪਤਾ ਸੀ ਦੋਸਤ ਨਹੀਂ ਆਪਣੀ ਮੌਤ ਲਈ ਫਿਰਦਾ ਨਾਲ। ਮੈਨੂੰ ਪਤਾ ਹੁੰਦਾ ਤੇ ਮੈਂ ਦਲੀਜ਼ ਨਾ ਟੱਪਣ ਦਿੰਦਾ ਉਹਨਾਂ ਕੁੱਤਿਆਂ ਨੂੰ ਆਪਣੀ। ਭਾਬੀ ਚਾਹ ਬਣ ਗਈ। ਭਾਬੀ ਚਾਹ ਹੱਥ ਛੱਡ ਜੋ, ਤੇਰਾ ਪੋਣਾ ਲੈ ਲਾ। ਚਾਹ ਤਾਂ ਰਹਿਣ ਦੇਣੀ ਸੀ ਬੇਟੇ। ਮੈਂ ਹਾਂ ਮੇਰੀ ਨੌਂ ਵਿਚਾਰੀ ਉਦੋਂ ਦੀ ਕੋਲ ਆ ਸਾਡੇ। ਵਿਆਹਿਆ ਹੋਇਆ ਸੀ ਜੀਤਾ? ਕਾਨੂੰ ਹਜੇ ਤੇ ਮੰਗਣਾ ਹੀ ਹੋਇਆ ਸੀ ਉਹਦਾ। ਸੋਚਿਆ ਸੀ ਚੰਗੇ ਘਰ ਦੀ ਕੁੜੀ ਆ, ਸ਼ਾਇਦ ਵਿਆਹ ਤੋਂ ਬਾਅਦ ਆਪੇ ਸੁਧਰ ਜੂਗਾ, ਪਰ ਉੱਥੋਂ ਤੱਕ ਤੇ ਪੜ੍ਹਨ ਹੀ ਨਹੀਂ ਦਿੱਤਾ ਰੱਬ ਨੇ। ਤੁਸੀਂ ਕਿਸੇ ਨਸ਼ਾ ਛਡਾਊ ਕੇਂਦਰ ਵਾਲਿਆਂ ਨੂੰ ਮਿਲਣਾ ਸੀ ਭੈਣ ਜੀ, ਸਾਨੂੰ ਹੀ ਦੱਸ ਦੇ, ਅਸੀਂ ਕੁਝ ਕਰਦੇ। ਭੈਣ ਜੀ ਇੰਨਾ ਕਿੱਥੇ ਪਤਾ ਸੀ ਵੀ ਗੱਲ ਸਿਰੇ ਲੱਗੀ ਪਈ ਹੈ। ਉਂਝ ਮੈਨੂੰ ਆਦਤਾਂ ਜਿਹੀਆਂ ਤੋਂ ਸ਼ੱਕ ਤੇ ਪੈਂਦਾ ਸੀ। ਮੈਂ ਸੋਚਿਆ ਵਿਆਹ ਪਿੱਛੋਂ ਆਪੇ ਸੁਧਰ ਜੂ, ਆਪੇ ਨਿਆਣਾ ਨਿੱਕਾ ਹੋ ਜੂ, ਚੱਲ ਧਿਆਨ ਦੂਜੇ ਪਾਸੇ ਲੱਗ ਜੂ। ਕਿਸਮਤ ਨੇ ਡਾਹ ਹੀ ਨਹੀਂ ਦਿੱਤੀ ਭੈਣ ਜੀ। ਵਧੀ ਹੁੰਦੀ ਤਾਂ ਇੱਧਰ ਪਾਸੇ ਸੋਚਦੇ ਨਾ। ਇਹ ਬੀਬੀ ਕੌਣ ਹੈ? ਭੈਣ ਦੀ ਨੂੰਹ ਆ ਮੇਰੀ। ਉਦਣ ਭੈਣ ਇੱਥੇ ਛੱਡ ਗਈ ਸੀ ਇਹਨੂੰ ਵਿਚਾਰੀ ਨੂੰ। ਸੁਪਨ ਵੀਰੇ, ਅੱਜ ਤੈਨੂੰ ਮੈਂ ਵੀਰੇ ਦੀਆਂ ਫੋਟੋਆਂ ਦਿਖਾਵਾਂ। ਬਹੁਤ ਸੋਹਣਾ ਲੱਗਦਾ ਸੀ ਹੁਣ ਤਾਂ ਵੀਰਾ। ਮਾਂ ਤੁਸੀਂ ਵੀ ਆ ਜਾਓ। ਬੀਬੀ ਨੇ ਤਾਂ ਉਸ ਦਿਨ ਦੀ ਦਹਲੀਜ਼ੇ ਨਹੀਂ ਟੱਪੀ ਇਸ ਕਮਰੇ ਦੀ, ਪਰ ਮੈਂ ਹਰ ਰੋਜ਼ ਇੱਥੇ ਆਂਦੀ ਆ, ਇਹਦੀ ਸਾਫ਼ ਸਫਾਈ ਕਰਦੀ ਆ। ਮੈਨੂੰ ਇੱਥੇ ਵੀਰੇ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ। ਵੀਰਾ ਕਦੇ ਆਪਣੀ ਚੀਜ਼ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ। ਕਹਿੰਦਾ ਹੁੰਦਾ ਸੀ ਰਹਿਣ ਦੇ, ਵੱਡੀ ਸਫਾਈ ਕਰਮਚਾਰੀ, ਕਰਫਿਊ ਲਾ ਦਿੰਦੀ ਆ, ਇੱਥੇ ਗੰਦ ਨਹੀਂ ਪਾਉਣਾ, ਉੱਥੇ ਪੈਨ ਨਹੀਂ ਰੱਖਣਾ, ਜਾ ਮੈਂ ਆਪੇ ਕਰ ਲੂੰ ਸਫਾਈਆਂ। ਤੇ ਹੁਣ ਮੈਂ ਜਦੋਂ ਇੱਥੇ ਸਫਾਈ ਕਰਦੀ ਆ, ਮੈਨੂੰ ਇੱਥੇ ਵੀਰੇ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ, ਪਰ ਵੀਰਾ ਨਹੀਂ ਹੁੰਦਾ। ਚੁੱਪ ਮੇਰੀ, ਤੁਰਗਿਆਂ ਨੇ ਕਿੱਥੇ ਆਵਾਜ਼ਾਂ ਦੇਣੀਆਂ ਹੁੰਦੀਆਂ ਪੁੱਤ। ਇਹ ਤਾਂ ਬਸ ਜਿੰਨਾ ਵੱਧ ਮੋਹ ਹੁੰਦਾ ਉਨੇ ਹੀ ਵੱਧ ਭੁਲੇਖੇ ਪੈਂਦੇ। ਚੁੱਪ ਮੇਰੀ ਧੀ, ਚੁੱਪ ਬਸ, ਚੁੱਪ। ਮੇਰੀ
बच 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 मेरी नहीं बच 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 ਮਾਸੀ ਆ ਵੇਖੋ ਸਕੂਲ ਚ ਤਾਂ ਜੀਤ ਵੀਰਾ ਕਿਸੇ ਨੂੰ ਅੱਗੇ ਨਹੀਂ ਸੀ ਆਉਣ ਦਿੰਦਾ ਹੁੰਦਾ। ਸਕੂਲ ਵਾਲੇ ਮੁੰਡੇ ਪਤਾ ਕੀ ਕਹਿੰਦੇ ਹੁੰਦੇ ਸੀ? ਕਹਿੰਦੇ ਹੁੰਦੇ ਸੀ ਜੀਤ ਗਿੱਲ ਆ ਗਿਆ, ਪਹਿਲਾ ਨਾਮ ਤਾਂ ਗਿਆ। ਇਕੱਲੀਆਂ ਖੇਡਾਂ 'ਚ ਹੀ ਨਹੀਂ, ਪੜ੍ਹਾਈ 'ਚ ਵੀ ਵੀਰਾ ਸਕੂਲ ਤੱਕ ਫਸਟ ਆਉਂਦਾ ਸੀ ਹਮੇਸ਼ਾ। ਰਾਤ ਭਰ ਇਸ ਕੁਰਸੀ ਤੇ ਬੈਠਾ ਪੜ੍ਹਦਾ ਰਹਿੰਦਾ ਤੇ ਕਈ ਵਾਰੀ ਪੜ੍ਹਦਾ ਹੀ ਸੌ ਜਾਂਦਾ। ਇੱਕ ਦਿਨ ਪਤਾ ਕੀ ਹੋਇਆ? ਦਿਲ ਵਿੱਚ ਚਾਹਤ ਹੋਵੇ ਤੇ ਰੱਬ ਮਿਹਰ ਕਰੇ ਤਾਂ ਇੱਕ ਦੀਵੇ ਨਾਲ ਬਲ ਸਕਦੇ ਨੇ ਸਾਰੀ ਦੁਨੀਆ ਦੇ ਚਿਰਾਗ। ਆਓ ਆਪਣੇ ਦਿਲਾਂ 'ਚ ਰੌਸ਼ਨੀ ਦੇ ਦੀਵੇ ਬਾਲੀਏ ਤੇ ਸਮਾਜ ਦੇ ਬੁਰਾਈਆਂ ਦੇ ਹਨੇਰੇ ਨੂੰ ਖਤਮ ਕਰੀਏ। ਤੁਸੀਂ ਇਹ ਕੋਸ਼ਿਸ਼ ਕੀਤੀ ਤੇ ਸਾਡੀ ਆਵਾਜ਼ ਸੰਗ ਆਪਣੀ ਆਵਾਜ਼ ਮਿਲਾਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।